ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸਭ ਤੋਂ ਪਹਿਲਾਂ ਦੇਸ਼ ਪੰਜਾਬ ਦੇ ਵਾਸੀਆਂ ਨੂੰ ਬਸੰਤ ਦੀ ਢੇਰ ਮੁਬਾਰਕ। ਅੱਜ ਤਜਰਬਾਤੀ ਤੌਰ 'ਤੇ ਲਾਹੌਰ ਸ਼ਹਿਰ ਵਿੱਚ ਬਸੰਤ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਹੁਣ ਤੱਕ ਕੋਈ ਅਜਿਹਾ ਨਾਖੁਸ਼ਗਵਾਰ ਵਾਕਿਆ ਪੇਸ਼ ਨਹੀਂ ਆਇਆ ਜਿਸ ਕਾਰਨ ਅਸੀਂ ਇਹ ਆਖ ਸਕੀਏ ਕਿ ਸਰਕਾਰ ਦਾ ਫੈਸਲਾ ਗਲਤ ਸੀ। ਮੈਂ ਮੋਹਤਰਮਾ ਮਰੀਮ ਨਵਾਜ਼ ਹੋਰਾਂ ਨੂੰ ਇਸ ਦਲੇਰੀ ਉੱਤੇ ਦਾਦ ਦਿੰਦਾ ਹਾਂ ਕਿ ਉਹਨਾਂ ਨੇ ਇੱਕ ਅਜਿਹਾ ਪੈਰ ਪੁੱਟਿਆ ਜਿਹਦੇ ਹਵਾਲੇ ਨਾਲ ਹਜ਼ਾਰਾਂ ਸ਼ਕੂਕ ਸ਼ੁਬਾਤ ਸਨ ਕਿ ਖੋਰੇ ਬਸੰਤ ਦੇ ਤਿਉਹਾਰ ਦੀ ਭੇਟ ਕਿੰਨੀਆਂ ਹੀ ਜਾਨਾਂ ਛੱਡ ਜਾਣ। ਮਰੀਮ ਨਵਾਜ਼ ਨੇ ਇਹ ਸਾਬਤ ਕੀਤਾ ਹੈ ਕਿ ਉਹ ਇੱਕ ਅੱਛੀ ਔਰ ਬਿਹਤਰੀਨ ਐਡਮਿਨਿਸਟ੍ਰੇਟਰ ਨੇ। ਪਤੰਗਬਾਜ਼ੀ ਉੱਤੇ ਅੱਜ ਤੋਂ ਪਹਿਲਾਂ ਜਿਵੇਂ ਪਾਬੰਦੀ ਲਾਈ ਗਈ, ਪੁਲਿਸ ਨੂੰ ਇਸ ਉੱਤੇ ਅਮਲ ਦਰਾਮਦ ਕਰਵਾਉਣ ਲਈ ਸਖਤ ਹਦਾਇਤਾਂ ਦਿੱਤੀਆਂ ਗਈਆਂ। ਇਹ ਯਕੀਨੀ ਤੌਰ 'ਤੇ ਇੰਤਜ਼ਾਮੀਆਂ ਦੀ ਵੱਡੀ ਕਾਮਯਾਬੀ ਹੈ। ਮਰੀਮ ਨਵਾਜ਼ ਨੇ ਅਤੇ ਉਹਨਾਂ ਦੀ ਟੀਮ ਨੇ ਦੇਸ਼ ਪੰਜਾਬ ਨੂੰ ਇਹ ਖੁਸ਼ਖਬਰੀ ਵੀ ਸੁਣਾਈ ਹੈ ਕਿ ਹੁਣ ਦੂਜੇ ਜ਼ਿਲ੍ਹਿਆਂ ਵਿੱਚ ਵੀ ਬਸੰਤ ਦਾ ਤਿਉਹਾਰ ਮਨਾਇਆ ਜਾਏਗਾ। ਇਹ ਖੁਸ਼ਖਬਰੀ ਹੈ, ਪਰ ਇਹਦੇ ਨਾਲ ਨਾਲ ਬਹੁਤ ਸਾਰੇ ਇਮਤਿਹਾਨਾਤ ਹਾਲੇ ਵੀ ਮੌਜੂਦ ਨੇ। ਜਿਵੇਂ ਮੈਂ ਆਖਿਆ ਨਾ ਕਿ ਪੁਲਿਸ ਸਰਕਾਰ ਨੇ ਬੜੀ ਹੱਦ ਤੱਕ ਆਪਣੀਆਂ ਜ਼ਿੰਮੇਦਾਰੀਆਂ ਨਿਭਾਈਆਂ ਨੇ, ਪਰ ਉੱਥੇ ਬਹੁਤ ਸਾਰੀਆਂ ਅਜਿਹੀਆਂ ਖਾਮੀਆਂ ਵੀ ਮੌਜੂਦ ਨੇ ਜਿਨ੍ਹਾਂ ਪਾਰੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਚੋਰ ਬਜ਼ਾਰੀ ਕਰਨ ਵਾਲੇ ਜਿਨ੍ਹਾਂ ਕਾਰਨ ਇਹ ਤਿਉਹਾਰ ਪਹਿਲਾਂ ਖਤਮ ਹੋਇਆ, ਉਹ ਹਾਲੇ ਵੀ ਬਾਜ਼ ਨਹੀਂ ਆਏ। ਅੱਜ ਸਾਰਾ ਦਿਨ ਬਹੁਤ ਸਾਰੀਆਂ ਥਾਵਾਂ ਉੱਤੇ ਕੈਮੀਕਲ ਡੋਰ ਨਾਲ ਗੁੱਡੇ ਉਡਾਉਣ ਦੀਆਂ ਖਬਰਾਂ ਮਿਲਦੀਆਂ ਰਹੀਆਂ ਨੇ। ਪੁਲਿਸ ਨੇ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਵੀ ਕੀਤਾ, ਪਰ ਇਹਦੇ ਬਾਵਜੂਦ ਮੁਆਸ਼ਰੇ ਅਤੇ ਸਾਡੇ ਇਹੋ ਜਿਹਾ ਸਕਾਫਤੀ ਤਿਉਹਾਰਾਂ ਦੇ ਦੁਸ਼ਮਣ ਬੇਗੈਰਤ ਦੇ ਬੱਚੇ ਕੈਮੀਕਲ ਡੋਰ ਇਸਤੇਮਾਲ ਕਰਨ ਵਾਲੇ ਬਾਜ਼ ਨਹੀਂ ਆਏ। ਮੈਂ ਸਮਝਦਾ ਹਾਂ ਕਿ ਪੁਲਿਸ ਨੂੰ ਜਿੱਥੇ ਆਪਣੀ ਨਾਕਾਮੀ ਦਾ ਇਤਰਾਫ ਕਰਨਾ ਚਾਹੀਦਾ ਹੈ, ਉੱਥੇ ਪੰਜਾਬ ਸਰਕਾਰ ਨੂੰ ਇੱਕ ਅਜਿਹਾ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਹੜਾ ਬਦਬਖਤ ਦਾ ਬੱਚਾ ਕੈਮੀਕਲ ਡੋਰ ਦਾ ਇਸਤੇਮਾਲ ਕਰੇ, ਉਹਨੂੰ ਅਜਿਹੀ ਸਜ਼ਾ ਦਿੱਤੀ ਜਾਏ ਕਿ ਉਹ ਮੁਆਸ਼ਰੇ 'ਚ ਮਿਸਾਲ ਬਣ ਜਾਏ, ਤਾਂ ਜੇ ਆਇੰਦਾ ਕੋਈ ਵੀ ਅਜਿਹਾ ਗੈਰ ਕਾਨੂੰਨੀ ਕੰਮ ਕਰਨ ਤੋਂ ਗੁਰੇਜ਼ ਕਰੇ ਜਿਹਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰਾ ਦਰਪੇਸ਼ ਹੋਵੇ। ਅੱਜ ਲਾਹੌਰ ਸ਼ਹਿਰ ਦਾ ਮਾਹੌਲ ਵੇਖਣ ਵਾਲਾ ਹੈ। ਇੰਝ ਲੱਗਦਾ ਹੈ ਪੂਰੀ ਦੁਨੀਆ ਦੀ ਸ਼ਾਨਦਾਰ ਸਕਾਫਤ ਦਾ ਮਰਕਜ਼ ਬਣ ਚੁੱਕਿਆ ਹੋਵੇ। ਮੈਂ ਕੱਲ੍ਹ ਇੰਟਰਨੈਸ਼ਨਲ ਮੀਡੀਆ ਵੇਖ ਰਿਹਾ ਸਾਂ, ਕੋਈ ਅਜਿਹਾ ਚੈਨਲ ਨਹੀਂ ਸੀ ਜਿਹਨੇ ਪੰਜਾਬ ਦੇ ਇਸ ਸਕਾਫਤੀ ਤਿਉਹਾਰ ਨੂੰ ਸ਼ਾਨਦਾਰ ਕਵਰੇਜ ਨਾ ਕੀਤੀ ਹੋਵੇ। ਇਹਦੇ ਨਾਲ ਨਾਲ ਬੈਨ ਅਲ-ਅਕਵਾਮੀ ਜ਼ਰਾਇਆ ਬਲਾਗ ਨੇ ਇਸ ਤਿਉਹਾਰ ਦਾ ਸਾਰਾ ਕ੍ਰੈਡਿਟ ਮਰੀਮ ਨਵਾਜ਼ ਨੂੰ ਦਿੱਤਾ, ਕਿਉਂ ਜੀ ਉਹਨਾਂ ਨੇ ਇੰਤਹਾਈ ਮੁਨਜ਼ਮ ਤਰੀਕੇ ਨਾਲ ਬਸੰਤ ਦਾ ਇੰਤਜ਼ਾਮ ਕੀਤਾ ਅਤੇ ਇਹਨੂੰ ਇੱਕ ਆਮ ਤੋਂ ਖਾਸ ਤਿਉਹਾਰ ਬਣਾ ਦਿੱਤਾ। ਤਿਉਹਾਰ ਵੈਸੇ ਹੁੰਦੇ ਆਮ ਹੀ ਨੇ, ਕਿਉਂ ਜੀ ਇਹਨਾਂ ਨਾਲ ਆਮ ਲੋਕਾਂ ਦੀ ਜੁੜਤ ਇਹਨਾਂ ਨੂੰ ਮਕਬੂਲ ਕਰਦੀ ਹੈ। ਇਹ ਤਿਉਹਾਰ ਖਾਸ ਉਦੋਂ ਬਣਦੇ ਨੇ ਜਦ ਇਹਨਾਂ ਬਾਰੇ ਦੁਨੀਆ ਭਰ 'ਚ ਗੱਲ ਹੋਵੇ। ਇਹ ਮਿਸਾਲ ਬਣਨ 'ਤੇ ਆਖਿਆ ਜਾਵੇ ਕਿ ਫਲਾਣੇ ਖਿੱਤੇ ਨੇ ਆਪਣੇ ਤਿਉਹਾਰ ਨੂੰ ਇੰਝ ਮਨਾਇਆ ਜਿਹਦੇ ਨਾਲ ਹਜ਼ਾਰਾਂ ਬਾਰੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਬਸੰਤ ਦੇ ਹਵਾਲੇ ਨਾਲ ਜਿੱਥੇ ਕੋਈ ਨਾਲਾਇਕ ਅਤੇ ਜਾਹਿਲ ਇਹਨੂੰ ਕਿਸੇ ਖਾਸ ਮਜ਼ਹਬ ਨਾਲ ਜੋੜਦੇ ਨੇ, ਉੱਥੇ ਹੀ ਸਾਡੇ ਪੰਜਾਬ ਦੀ ਤਾਰੀਖ ਉੱਤੇ ਖੋਜ ਪਰਖ ਦਾ ਕੰਮ ਕਰਨ ਵਾਲਿਆਂ ਦਾ ਆਖਣਾ ਹੈ ਕਿ ਜਿਵੇਂ ਹਰ ਮੌਸਮ ਦਾ ਕੋਈ ਨਾ ਕੋਈ ਤਿਉਹਾਰ ਹੁੰਦਾ ਹੈ, ਇਹ ਸਾਡੇ ਖਿੱਤੇ ਵੀ ਬਹਾਰ ਦੀ ਆਮਦ ਦਾ ਐਲਾਨ ਕਰਦਾ ਹੈ। ਬਸੰਤ ਉੱਤੇ ਸਿਰਫ ਪਤੰਗਬਾਜ਼ੀ ਨਹੀਂ ਕੀਤੀ ਜਾਂਦੀ ਬਲਕਿ ਗੀਤ ਵੀ ਗਾਏ ਜਾਂਦੇ ਨੇ। ਖਾਸ ਤੌਰ 'ਤੇ ਪੀਲੇ ਫੁੱਲਾਂ ਦਾ ਜ਼ਿਕਰ ਸਾਡੀ ਤਾਰੀਖ ਬਾਰ-ਬਾਰ ਮਿਲਦਾ ਹੈ। ਜਿਸ ਤੋਂ ਜੇਕਰ ਪਤੰਗਬਾਜ਼ੀ ਦੀ ਗੱਲ ਹੈ, ਇਹ ਇੱਕ ਮੁਕੰਮਲ ਖੇਡ ਹੈ, ਅਜਿਹਾ ਖੇਡ ਜਿਹਦੇ ਵਿੱਚ ਉਸਤਾਦਾਂ ਦੇ ਮੁਕਾਬਲੇ ਹੁੰਦੇ ਨੇ। ਮਾਜ਼ੀ ਵਿੱਚ ਲਾਹੌਰ ਸ਼ਹਿਰ ਨੂੰ ਇਹ ਬਰਤਰੀ ਹਾਸਲ ਰਹੀ ਹੈ ਕਿ ਇੱਥੋਂ ਦੇ ਉਸਤਾਦ ਪਤੰਗਬਾਜ਼ੀ ਵਿੱਚ ਹਮੇਸ਼ਾ ਇੱਕ ਪੈਰ ਅਗਾਂਹ ਰਹੇ। ਇਹਨਾਂ ਨੂੰ ਕਸੂਰ, ਗੁਜਰਾਂਵਾਲੇ, ਸਿਆਲਕੋਟ ਅਤੇ ਫੈਸਲਾਬਾਦੀਆਂ ਨੇ ਚੈਲੰਜ ਕੀਤੇ ਅਤੇ ਕਈ ਵਾਰੀ ਤਾਰੀਖ ਨੇ ਅਜਿਹੇ ਮੁਕਾਬਲੇ ਵੇਖੇ ਜਿਨ੍ਹਾਂ ਨੇ ਅਜਿਹੀ ਤਫਰੀਹ ਦਾ ਮਾਹੌਲ ਬਣਾਇਆ ਕਿ ਉਹ ਹਮੇਸ਼ਾ ਯਾਦ ਰੱਖਿਆ ਜਾਏਗਾ। ਸ਼ਾਹੀ ਕਿਲੇ ਦੇ ਪਿਛਲੇ ਪਾਸੇ ਬੜਾ ਵੱਡਾ ਮੇਲਾ ਲੱਗਦਾ ਸੀ ਜਿਹਦੇ ਵਿੱਚ ਮੁਲਕ ਭਰ ਦੇ ਉਸਤਾਦ ਪਤੰਗਬਾਜ਼ ਦਲਤ ਕਰਦੇ ਅਤੇ ਇੱਕ ਦੂਜੇ ਨੂੰ ਚੈਲੰਜ ਕਰਕੇ ਪੇਚੇ ਲਾਉਂਦੇ। ਇੰਝ ਹੀ ਮਿੰਟੋ ਪਾਰਕ ਵਿੱਚ ਵੀ ਵੱਖੋ ਵੱਖ ਟੋਲੀਆਂ ਪਤੰਗਬਾਜ਼ੀ ਦੇ ਮੁਕਾਬਲੇ ਕਰਦੀਆਂ ਅਤੇ ਕਰਾਉਂਦੀਆਂ। ਇਹ ਲੋਕ ਇੰਤਹਾਈ ਪ੍ਰੋਫੈਸ਼ਨਲ ਹੁੰਦੇ। ਇਸ ਖੇਡ ਦੇ ਵਿਜ਼ਾ ਕੀਤੇ ਜ਼ਾਬਤੇ ਨੂੰ ਹਰ ਹਾਲਤ ਤਸਲੀਮ ਕਰਕੇ ਮੁਕਾਬਲਾ ਅਗਾਂਹ ਵਧਾਉਂਦੇ। ਪੂਰਾ GD ਰੋਡ ਪਤੰਗਬਾਜ਼ੀ ਕਰਦਾ। ਹਰ ਸ਼ਹਿਰ ਦੀਆਂ ਛੱਤਾਂ ਪਤੰਗਬਾਜ਼ੀ ਰਾਹੀਂ ਅਸਮਾਨ ਨੂੰ ਰੰਗੀਨ ਕਰ ਦਿੰਦੀਆਂ। ਪਰ ਲਾਹੌਰ ਇਸ ਮੁਕਾਬਲੇ ਵਿੱਚ ਸਭ ਤੋਂ ਅੱਗੇ ਸੀ ਅਤੇ ਅੱਜ ਵੀ ਸਭ ਤੋਂ ਅੱਗੇ ਹੈ। ਮੈਂ ਜਦੋਂ ਲਾਹੌਰ ਆਇਆ ਅਤੇ ਉਦੋਂ ਅਸੀਂ ਬੀਡਰ ਰੋਡ ਉੱਤੇ ਹਰ ਸਾਲ ਬਸੰਤ ਦਾ ਜਸ਼ਨ ਮਨਾਉਂਦੇ ਸਾਂ। ਇਸ ਜਸ਼ਨ ਵਿੱਚ ਪੰਜਾਬੀ ਬੋਲੀ ਦੇ ਮਾਨ ਸੇਵਕ, ਸ਼ਾਇਰ ਅਤੇ ਪੱਤਰਕਾਰ ਵੀ ਰਲਤ ਕਰਦੇ ਸਨ। ਸਾਰਾ ਦਿਨ ਪਤੰਗਬਾਜ਼ੀ ਹੁੰਦੀ ਅਤੇ ਰੱਜ ਕੇ ਮੁਹੱਬਤਾਂ ਦਾ ਪ੍ਰਚਾਰ ਕੀਤਾ ਜਾਂਦਾ। ਪਰ ਮਜਾਲ ਹੈ ਕਦੀ ਕਿਸੇ ਨੇ ਸੁਣਿਆ ਹੋਵੇ ਕਿ ਕੈਮੀਕਲ ਡੋਰ ਜਿਹੀ ਕੋਈ ਬਲਾ ਹੈ? ਹਾਂ, ਇਹ ਜ਼ਰੂਰ ਹੁੰਦਾ ਕਿ ਕੁਝ ਲੋਕ
ਤੰਦੀ ਨਾਲ ਗੁੱਡੇ ਉਡਾਉਂਦੇ ਇਹਨਾਂ ਲੋਕਾਂ ਨੂੰ ਵੀ ਇੰਤਹਾਈ ਨਾਪਸੰਦੀ ਦੀ ਨਜ਼ਰ ਵੇਖਿਆ ਜਾਂਦਾ ਸੀ, ਜਿਵੇਂ ਸਮਾਜ ਦਾ ਉਹ ਗੰਧ ਹੋਣ ਜਿਹਦੀ ਮੌਜੂਦਗੀ ਵਿੱਚ ਕੋਈ ਚੰਗੀ ਤਰ੍ਹਾਂ ਸਾਹ ਵੀ ਨਾ ਲੈ ਸਕਦਾ ਹੋਵੇ। ਇਹਨਾਂ ਲੋਕਾਂ ਦੀ ਹਰ ਸਮੇਂ ਨਿੰਦਿਆ ਕੀਤੀ ਜਾਂਦੀ ਅਤੇ ਇਹਨਾਂ ਦਾ ਖੇਡ ਵਿੱਚ ਵੀ ਮੁਕੰਮਲ ਬਾਈਕਾਟ ਹੁੰਦਾ। ਫਿਰ ਜ਼ਮਾਨਾ ਬਦਲਿਆ ਅਤੇ 2000 ਮਗਰੋਂ ਨਾ ਉਹ ਪਤੰਗਬਾਜ਼ੀ ਰਹੀ, ਨਾ ਉਸਤਾਦ ਰਿਹਾ, ਨਾ ਹੀ ਖੇਡਾਂ ਦੇ ਜ਼ਾਬਤੇ ਮੰਨਣ ਵਾਲੇ ਸੁੱਚੇ ਖਿਡਾਰੀ, ਕੈਮੀਕਲ ਡੋਰ ਵਰਤਣ ਵਾਲੇ ਨੌਸਿੱਖੀਏ ਅਤੇ ਆਰਾਮ ਦੇ ਛੱਤਾਂ ਉੱਤੇ ਚੜ੍ਹ ਕੇ ਖੇਡ ਦਾ ਉਸਲ ਖਰਾਬ ਕਰ ਗਏ। ਇਹੋ ਲੋਕਾਂ ਦੀ ਜ਼ਿੰਦਗੀ ਦੇ ਦੁਸ਼ਮਣ ਵੀ ਬਣੇ ਅਤੇ ਇਹਨਾਂ ਕਾਰਨ ਹੀ ਬਸੰਤ ਉੱਤੇ ਪਾਬੰਦੀ ਵੀ ਲਗਾਈ ਗਈ। ਮਿੱਤਰ ਪਿਆਰਿਓ, ਅੱਜ ਵੀ ਬਸੰਤ ਦਾ ਫੈਸਲਾ ਇਹਨਾਂ ਲੋਕਾਂ ਹੀ ਕਰਨਾ ਹੈ ਜਿਹੜੇ ਮਹਾਰਤ ਦੀ ਥਾਂ ਕੈਮੀਕਲ ਡੋਰ ਦੇ ਨਾਲ ਜ਼ਿੰਦਗੀ ਅਤੇ ਬਸੰਤ ਦੋਵਾਂ ਨੂੰ ਖਤਮ ਕਰਨ ਲਈ ਟੁਰੇ ਹੋਏ ਨੇ। ਆਪਣੇ ਆਲੇ ਦੁਆਲੇ ਐਸੇ ਹਰਾਮਦਿਆਂ ਦਾ ਖਿਆਲ ਕਰੋ ਜਿੱਥੇ ਕੋਈ ਅਜਿਹਾ ਚਵਲ ਕੈਮੀਕਲ ਡੋਰ ਨਾਲ ਗੁੱਡੀ ਉਡਾਉਂਦਾ ਵਿਖਾਈ ਦੇਵੇ, ਫੌਰੀ ਤੌਰ 'ਤੇ ਪੁਲਿਸ ਨੂੰ ਇਤਲਾਹ ਕਰੋ। ਇਹ ਉਹ ਲੋਕ ਨੇ ਜਿਹੜੇ ਇਨਸਾਨੀ ਜ਼ਿੰਦਗੀਆਂ ਦੇ ਸਭ ਤੋਂ ਵੱਡੇ ਦੁਸ਼ਮਣ ਹੋਣ ਦੇ ਨਾਲ ਨਾਲ ਸਾਡੇ ਸਮਾਜ ਤੋਂ ਉਹ ਤਿਉਹਾਰ ਵੀ ਖੋਹ ਰਹੇ ਨੇ ਜਿਹੜੇ ਇਹਦੀ ਪਹਿਚਾਣ ਨੇ। ਇਸ ਦੁਆ ਦੇ ਨਾਲ ਬਸੰਤ ਦੀ ਖੁਸ਼ੀਆਂ ਢੇਰ ਮੁਬਾਰਕ ਕਿ ਰੱਬ ਸੱਚਾ ਸਾਡੇ ਦੇਸ਼ ਪੰਜਾਬ ਉੱਤੇ ਆਪਣੀ ਰਹਿਮਤਾਂ ਦੀ ਛਾਂ ਰੱਖੇ। ਸਾਡੇ ਤਿਉਹਾਰ ਹੱਸਦੇ ਵਸਦੇ ਲੋਕਾਂ ਨੂੰ ਖੁਸ਼ੀਆਂ ਦਿੰਦੇ ਰਹਿਣ, ਮੁਹੱਬਤਾਂ ਇੰਝ ਹੀ ਆਬਾਦ ਰਹਿਣ, ਕੁੱਲ ਸੰਸਾਰ ਸੁਖੀ ਵਸੇ ਅਤੇ ਸਾਡੇ ਪਿਆਰ ਕਰਨ ਵਾਲੇ ਦੇਸ਼ ਪੰਜਾਬ ਦੇ ਵਾਸੀ ਆਪਣੀਆਂ ਫੈਮਲੀਆਂ ਦੇ ਨਾਲ ਖੂਬ ਇੰਜੋਏ ਕਰਨ। ਕੱਲ੍ਹ ਫੇਰ ਇਸੇ ਹਵਾਲੇ ਨਾਲ ਕੁਝ ਪੁਰਾਣੀਆਂ ਯਾਦਾਂ ਤਾਜ਼ਾ ਕਰਾਂਗੇ ਅਤੇ ਲਾਹੌਰ ਦੀ ਬਸੰਤ ਦੇ ਹਵਾਲੇ ਨਾਲ ਤੁਹਾਡੇ ਨਾਲ ਕੁਝ ਦਿਲ ਦੀਆਂ ਗੱਲਾਂ ਵੀ ਹੋਣਗੀਆਂ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ, ਰੱਬ ਰਾਖਾ।